ਜੇ ਕਿਸੇ NRI ਦੀ ਜਾਇਦਾਦ ਪੰਜਾਬ ਵਿੱਚ ਹੈ ਉਸ ਲਈ NOC ਲੈਣਾ ਜ਼ਰੂਰੀ ਹੈ ਜੇ ਉਹਨੇ ਵੇਚਣੀ ਹੈ ਤਾਂ? ਇਟ ਇਜ਼ ਅ ਵੈਰੀ ਗੁੱਡ ਕੁਐਸਚਨ। ਮੈਂ ਇਹਦੇ ਤੇ ਆਣਾ ਸੀਗਾ। ਕਈ ਵਾਰੀ ਲੋਕ ਕੀ ਕਰਦੇ ਆ ਕਿ ਆਪ ਇੱਥੇ ਹੈ, ਘਰ ਇੰਡੀਆ ਹੈ ਤੇ ਅਸੀਂ ਉੱਥੇ ਕੇਅਰ ਟੇਕਰ ਅਗਰੀਮੈਂਟ ਦੇ ਦਿੰਨੇ ਆ ਕਿਸੇ ਨੂੰ। ਹਾਂਜੀ। ਤੇ ਉਹ ਚੈਲੰਜੇਬਲ ਇੰਡੀਅਨ ਕੋਰਟਸ ਦੇ ਵਿੱਚ ਨਹੀਂ ਹੈਗਾ। ਤੇ ਸਾਨੂੰ ਥੋੜਾ ਜਿਹਾ ਦੱਸਿਓ ਕਿ ਵਸੀਅਤ ਤਾਂ ਲੋਕ ਬਣਵਾ ਹੀ ਲੈਂਦੇ ਨੇ, ਵਿਲਸ ਬਣਾ ਲੈਂਦੇ ਨੇ, ਇੰਡੀਆ 'ਚ ਵੀ ਇੱਥੇ ਵੀ ਬਣ ਜਾਂਦੀਆਂ ਨੇ। ਪਾਵਰ ਆਫ ਅਟਾਰਨੀ ਬਾਰੇ ਕਿਉਂ ਜਾਣਕਾਰੀ ਘੱਟ ਹੈ ਤੇ ਇਹਦੀ ਥੋੜੀ ਰੈਲੀਵੈਂਸ ਵੀ ਦੱਸੋ, ਇਹਦੀ ਇੰਪੋਰਟੈਂਸ ਵੀ ਸਾਨੂੰ ਦੱਸੋ ਜੀ। ਲੈਕ ਆਫ ਨੌਲੇਜ ਮੈਂ ਕਹਿ ਸਕਦੀ ਹਾਂ, ਲੈਕ ਆਫ ਅੰਡਰਸਟੈਂਡਿੰਗ ਅਬਾਊਟ ਦ ਲੀਗਲ ਐਸਪੈਕਟਸ ਦੋਨਾਂ ਪਰਸਪੈਕਟਿਵਸ ਦੇ ਵਿੱਚ, ਚਾਹੇ ਉਹ ਤੁਸੀਂ ਵਸੀਅਤ ਬਣਾਉਣੀ ਹੋਵੇ ਚਾਹੇ ਤੁਸੀਂ ਪਾਵਰ ਆਫ ਅਟਾਰਨੀ ਪੈਕਟ। ਬਟ ਨਾਲ ਦੀ ਨਾਲ ਹੀ ਉਹ ਇਹ ਭੁੱਲ ਜਾਂਦੇ ਆ ਕਿ ਅਗਰ ਸਾਨੂੰ ਜਿੰਦਿਆਂ ਜੀ ਨੂੰ ਕੁਛ ਹੋ ਗਿਆ, ਸਪੋਜ਼ ਸਾਨੂੰ ਕੋਈ ਮੈਂਟਲ ਇਨਕੈਪੈਸਿਟੀ ਹੋ ਗਈ, ਫਿਰ ਸਾਡੇ ਫਾਈਨੈਂਸਿਸ ਦੀ ਟੇਕ ਕੇਅਰ ਕੌਣ ਕਰੂਗਾ? ਕਿਉਂਕਿ ਸੋ ਜ਼ਰੂਰੀ ਨਹੀਂ ਹੈ ਕਿ ਮਰਨ ਤੋਂ ਬਾਅਦ ਹੀ ਦਿੱਕਤਾਂ ਆਉਂਦੀਆਂ ਨੇ, ਪਹਿਲਾਂ ਵੀ ਆਉਂਦੀਆਂ ਨੇ। ਬਿਲਕੁਲ ਪਹਿਲਾਂ ਜ਼ਿਆਦਾ ਆਉਂਦੀਆਂ ਇਨਫੈਕਟ, ਕਿਉਂਕਿ ਸਾਡੀ ਕੇਅਰ ਬਾਰੇ ਡਿਸੀਜਨ ਕੌਣ ਲਏਗਾ, ਸਾਡੇ ਫਾਈਨੈਂਸਿਸ ਨੂੰ ਜਿੰਦਿਆਂ ਜੀ ਕੌਣ ਮੈਨੇਜ ਕਰੇਗਾ, ਉਹ ਚੀਜ਼ ਨੂੰ ਅਸੀਂ ਕਦੀ ਸਟ੍ਰੈਸਡ ਆਊਟ ਹੀ ਨਹੀਂ ਕੀਤਾ। ਅਸੀਂ ਸਟ੍ਰੈਸਡ ਆਊਟ ਇਸ ਚੀਜ਼ ਨੂੰ ਲੈ ਕੇ ਰਹਿੰਦੇ ਹਾਂ ਕਿ ਅਗਰ ਸਾਨੂੰ ਕੁਛ ਹੋ ਗਿਆ ਫਿਰ ਕਿਵੇਂ ਮੈਨੇਜ ਹੋਣਗੀਆਂ ਚੀਜ਼ਾਂ। ਪਾਵਰ ਆਫ ਅਟਾਰਨੀ ਦੀ ਕੋਈ ਵੈਲਿਡਿਟੀ ਵੀ ਹੁੰਦੀ ਹੈ, ਕੋਈ ਲਾਸਟ ਡੇਟ ਵੀ ਹੁੰਦੀ ਹੈ ਜੀ, ਕੋਈ ਐਕਸਪਾਇਰੀ ਡੇਟ ਵੀ ਹੁੰਦੀ ਹੈ? ਤੁਸੀਂ ਇਹ ਵੀ ਲਿਖ ਸਕਦੇ ਹੋ ਕਿ ਕੁਛ ਪਰਟੀਕੂਲਰ ਟਾਈਮ ਲਈ, ਕਿ ਅਗਰ ਸਪੋਜ਼ ਮੈਨੂੰ ਇੰਡੀਆ ਜਾਣਾ ਪੈ ਰਿਹਾ ਜਾਂ ਮੈਨੂੰ ਪਾਕਿਸਤਾਨ ਜਾਣਾ ਪੈ ਰਿਹਾ, ਕਿ ਕਿਸੇ ਹੋਰ ਕੰਟਰੀ ਦੇ ਵਿੱਚ ਘੁੰਮਣ ਦੇ ਲਈ ਜਾ ਰਿਹਾ 15 ਦਿਨ ਦੇ ਲਈ, ਤੇ ਪਾਵਰ ਆਫ ਅਟਾਰਨੀ ਦੀ ਵੈਲਿਡਿਟੀ 15 ਦਿਨ ਦੀ ਹੀ ਹੈਗੀ ਹੈ। ਉਸ ਤੋਂ ਬਾਅਦ ਉਹ ਆਟੋਮੈਟਿਕਲੀ ਉਹਦੀ ਵੈਲਿਡਿਟੀ ਐਕਸਪਾਇਰ ਹੋ ਜਾਂਦੀ ਹੈ। ਤੇ ਥੋੜਾ ਜਿਹਾ ਸਾਨੂੰ ਦੱਸੋ, ਸਾਡੀ ਕਮਿਊਨਿਟੀ ਹੁਣ ਕਈ ਵਾਰੀ ਇੰਡੀਆ ਪਾਕਿਸਤਾਨ ਵਾਸਤੇ ਪਾਵਰ ਆਫ ਅਟਾਰਨੀ ਭੇਜਦੇ ਆ ਉਹ ਜੀ, ਤੇ ਉਹਦੇ ਬਾਰੇ ਸਾਨੂੰ ਦੱਸੋ ਵੀ ਕਿਹੜੀਆਂ ਦਿੱਕਤਾਂ ਆਉਂਦੀਆਂ ਨੇ, ਕਿਹੜੇ ਡਾਕੂਮੈਂਟਸ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ, ਓਵਰਆਲ ਪ੍ਰੋਸੈਸ ਕੀ ਹੈ? ਹਾਂਜੀ। ਅਗਰ ਤੁਸੀਂ BLS ਕੋਲ ਸਬਮਿਟ ਕਰਨ ਜਾਂਦੇ ਹੋ ਦੈਨ ਉਹ 4 to 6 ਵੀਕਸ ਦਾ ਪ੍ਰੋਸੈਸ ਹੈ। 4 ਤੋਂ 6 ਹਫ਼ਤੇ? 4 ਤੋਂ 8 ਹਫ਼ਤੇ ਵੀ ਕਈ ਵਾਰੀ ਲੱਗ ਜਾਂਦੇ ਓ ਅੱਛਾ ਜੀ। ਹਾਂਜੀ। ਪ੍ਰੋਗਰਾਮ ਦੇ ਅੱਜ ਦੇ ਇਸ ਹਿੱਸੇ ਵਿੱਚ ਸਾਡੇ ਨਾਲ ਮਹਿਮਾਨ ਸ਼ਾਮਲ ਹੋ ਰਹੇ ਨੇ ਜੀ। ਬੈਰਿਸਟਰ ਐਂਡ ਸੋਲਿਸਿਟਰ ਖੁੱਲਰ ਲਾਅ ਫਰਮ ਤੋਂ ਇਸ਼ਿਤਾ ਡਾਵਰਾ ਜੀ ਅੱਜ ਸਾਡੇ ਮਹਿਮਾਨ ਨੇ ਜੀ। ਪਿਛਲੇ ਕੁਝ ਦਿਨਾਂ ਤੋਂ ਤੁਸੀਂ ਇਹਨਾਂ ਦਾ ਮੈਸੇਜ ਸਾਡੇ ਰਾਹੀਂ ਸੁਣ ਰਹੇ ਹੋ ਤੇ ਇਹਨਾਂ ਵੱਲੋਂ ਦਿੱਤੀਆਂ ਜਾਂਦੀਆਂ ਸਰਵਿਸਿਜ਼ ਦੇ ਵਿੱਚ, ਜਿੱਥੇ ਇਹਨਾਂ ਨੇ ਦੱਸਿਆ ਹੈ ਜੀ ਕਿ ਅਦਾਲਤਾਂ ਦੇ ਵਿੱਚ ਮਹਾਰਤ ਰੱਖਦੇ ਨੇ ਵੱਖ-ਵੱਖ ਇਮੀਗ੍ਰੇਸ਼ਨ ਨਾਲ ਰਿਲੇਟਡ ਮਾਮਲਿਆਂ ਨੂੰ ਲੈ ਕੇ। ਉੱਥੇ ਫੈਮਿਲੀ ਲਾਅ ਦੇ ਵੀ ਕੇਸਿਸ ਦੇਖਦੇ ਨੇ ਤੇ ਨਾਲ ਵਿਲਸ ਤੇ ਪਾਵਰ ਆਫ ਅਟਾਰਨੀਜ਼ ਦਾ ਵੀ ਇਹ ਮਾਮਲਾ ਖਿਆਲ ਵਿੱਚ ਰੱਖਦੇ ਨੇ। ਸੋ ਅੱਜ ਅਸੀਂ ਉਸੇ ਫੀਲਡ ਵਿੱਚੋਂ ਲਿਆ ਜੀ ਤੇ ਅੱਜ ਇਸ਼ਿਤਾ ਡਾਵਰਾ ਜੀ ਸਾਡੇ ਮਹਿਮਾਨ ਨੇ, ਸਾਡੇ ਨਾਲ ਸਟੂਡੀਓ 'ਚ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਹੋਏਗੀ। ਇਸ਼ਿਤਾ ਜੀ, ਵੈਰੀ ਗੁੱਡ ਮਾਰਨਿੰਗ, ਵੈਲਕਮ। ਗੁੱਡ ਮਾਰਨਿੰਗ ਜੀ, ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਹੇਅਰ। ਤੇ ਸਾਰੇ ਸੁਣਨ ਵਾਲਿਆਂ ਨੂੰ ਵੀ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਣਾ ਚਾਹਾਂਗੀ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਤੁਹਾਡੀ। ਹੁਣ ਤੱਕ ਅਸੀਂ ਕਈ ਵਾਰੀ ਇੱਥੇ ਰੇਡੀਓ ਤੋਂ, ਅਸੀਂ ਆਪਣੇ ਸਟੂਡੀਓ ਤੋਂ ਬਹੁਤ ਸਾਰੇ ਲਾਇਰਸ ਨਾਲ ਮੁਲਾਕਾਤ ਕੀਤੀ ਹੈ, ਪਰ ਇੱਕ ਜਿਹੜਾ ਆਸਪੈਕਟ ਹੈਗਾ ਵਿਲਸ ਦਾ, ਪਾਵਰ ਆਫ ਅਟਾਰਨੀ ਦਾ, ਮੈਨੂੰ ਲੱਗਦਾ ਕਿ ਇਹਦੀ ਅੰਡਰਸਟੈਂਡਿੰਗ ਵੀ ਘੱਟ ਹੈ, ਇਹਦੀ ਜ਼ਰੂਰਤ ਸਾਨੂੰ ਜ਼ਿਆਦਾ ਹੁੰਦੀ ਹੈ ਕਈ ਵਾਰ ਜੀ। ਸਾਨੂੰ ਥੋੜ੍ਹਾ ਜਿਹਾ ਇਹ ਦੱਸੋ ਕਿ ਇਹ ਕਿਉਂ ਇੰਨੇ ਇੰਪੋਰਟੈਂਟ ਨੇ, ਵਿਲਸ ਦਾ ਤਾਂ ਪਾਵਰ ਆਫ ਅਟਾਰਨੀਜ਼ ਦਾ? ਹਾਂਜੀ, ਮਤਲਬ ਜੋ ਮੈਂ ਇੱਥੇ ਆਪਣੀ ਕਮਿਊਨਿਟੀ ਨੂੰ ਲੈ ਕੇ ਚੀਜ਼ ਨੋਟ ਕੀਤੀ ਹੈ, ਲੈਕ ਆਫ ਨੌਲੇਜ ਮੈਂ ਕਹਿ ਸਕਦੀ ਹਾਂ, ਲੈਕ ਆਫ ਅੰਡਰਸਟੈਂਡਿੰਗ ਅਬਾਊਟ ਦ ਲੀਗਲ ਐਸਪੈਕਟਸ ਦੋਨਾਂ ਪਰਸਪੈਕਟਿਵਸ ਦੇ ਵਿੱਚ, ਚਾਹੇ ਉਹ ਤੁਸੀਂ ਵਸੀਅਤ ਬਣਾਉਣੀ ਹੋਵੇ ਚਾਹੇ ਤੁਸੀਂ ਪਾਵਰ ਆਫ ਅਟਾਰਨੀ। ਆਪਣੀ ਕਮਿਊਨਿਟੀਜ਼ ਹੈਗੀਆਂ ਉਹ ਮੇਨਲੀ ਫੋਕਸ ਕਰ ਦਿੰਦੀਆਂ, ਫਿਰ ਵੀ ਮੈਂ ਕਹੂੰਗੀ ਵਸੀਅਤ ਬਣਾਉਣ ਦੇ ਲਈ ਕਿ ਅਗਰ ਪਲੈਨਿੰਗ ਕਰਕੇ ਚੱਲਦੇ ਹਾਂ, ਵਿਚ ਇਜ਼ ਵੈਰੀ ਗੁੱਡ ਕਿ ਸਾਨੂੰ ਕੁਛ ਹੋ ਜਾਵੇ, ਸਾਡੇ ਬੱਚਿਆਂ ਨੂੰ ਜਾਂ ਸਾਡੇ ਸਪਾਊਸ ਨੂੰ ਪ੍ਰੋਪਰਟੀ ਕਿਵੇਂ ਡਿਵਾਈਡ ਹੋਊਗੀ, ਸਾਡੇ ਫਾਈਨੈਂਸਿਸ ਕਿਵੇਂ ਡਿਵਾਈਡ ਹੋਣਗੇ, ਵਿਚ ਇਜ਼ ਅ ਗੁੱਡ ਐਸਪੈਕਟ। ਬਟ ਨਾਲ ਦੀ ਨਾਲ ਹੀ ਉਹ ਇਹ ਭੁੱਲ ਜਾਂਦੇ ਆ ਕਿ ਅਗਰ ਸਾਨੂੰ ਜਿੰਦਿਆਂ ਜੀ ਨੂੰ ਕੁਛ ਹੋ ਗਿਆ, ਸਪੋਜ਼ ਸਾਨੂੰ ਕੋਈ ਮੈਂਟਲ ਇਨਕੈਪੈਸਿਟੀ ਹੋ ਗਈ, ਫਿਰ ਸਾਡੇ ਫਾਈਨੈਂਸਿਸ ਦੀ ਟੇਕ ਕੇਅਰ ਕੌਣ ਕਰੂਗਾ? ਕਿਉਂਕਿ ਕਾਫੀ ਇੱਦਾਂ ਦੇ ਸਾਡੇ ਕੋਲ ਕੇਸਿਸ ਆਉਂਦੇ ਆ ਜਿਹਦੇ ਵਿੱਚ ਐਕਸੀਡੈਂਟ ਹੋ ਜਾਂਦਾ। ਮੈਂ ਆਪਣੇ ਫੈਮਿਲੀ ਮੈਂਬਰ ਦਾ ਹੀ ਰੈਫਰੈਂਸ ਦਊਂਗੀ। ਮੇਰਾ ਖੁਦ ਦਾ ਕਜ਼ਨ ਹੈ, ਉਹ ਲੌਂਗ ਹੌਲ ਟਰੱਕ ਚਲਾਉਂਦਾ ਸੀਗਾ ਅਤੇ ਉਹਦਾ ਅਮੈਰੀਕਾ ਐਕਸੀਡੈਂਟ ਹੋ ਗਿਆ। ਸਾਨੂੰ ਕਿਸੇ ਨੂੰ ਇੱਥੇ ਪਤਾ ਹੀ ਨਹੀਂ ਸੀਗਾ ਉਹਦਾ ਐਕਸੀਡੈਂਟ ਹੋ ਗਿਆ। ਅਤੇ ਪਿੱਛੋਂ ਮੇਰੇ ਜਿਹੜੇ ਆਂਟ ਆਏ ਹੋਏ ਸੀਗੇ ਉਹ ਵਿਜ਼ਿਟਰ ਸੀਗੇ, ਉਹਨਾਂ ਕੋਲ ਸੋਰਸ ਆਫ ਇਨਕਮ ਨਹੀਂ ਸੀਗਾ, ਓਨਲੀ ਸਨ ਹੀ ਵਾਜ਼ ਅਰਨਿੰਗ। ਅਤੇ ਉਸ ਟਾਈਮ ਉਹਨਾਂ ਨੂੰ ਫਾਈਨੈਂਸਿਸ ਮੈਨੇਜ ਕਰਨ ਦੇ ਵਿੱਚ ਬਹੁਤ ਦਿੱਕਤ ਹੋਈ। ਜਦੋਂ ਬੈਂਕ ਜਾਂਦੇ ਸੀਗੇ, ਬੈਂਕ ਵਾਲੇ ਕਹਿੰਦੇ ਸੀਗੇ ਕਿ ਸਾਨੂੰ ਅਥੋਰਿਟੀ ਨਹੀਂ ਹੈਗੀ ਤੁਹਾਨੂੰ ਫੰਡਸ ਰਿਲੀਜ਼ ਕਰਨ ਦੀ। ਸੋ ਜਦੋਂ ਆਪਾਂ ਇਹ ਚੀਜ਼ ਕਮਿਊਨਿਟੀ ਸਮਝੇਗੀ ਕਿ
ਮਰਨ ਤੋਂ ਬਾਅਦ ਸਾਡੀ ਫੈਮਿਲੀ ਨੂੰ ਕੀ ਜਾਣਾ ਹੈ, ਉਹ ਦੈਟ ਇਜ਼ ਅ ਗੁੱਡ ਥਿੰਗ, ਬਟ ਆਪਾਂ ਆਪਣੀ ਫੈਮਿਲੀ ਦਾ ਜਿੰਦੇ ਹੋਏ ਵੀ ਧਿਆਨ ਰੱਖੀਏ। ਆਪਾਂ ਉਹਨਾਂ ਕੁਝ ਪਾਵਰ ਆਫ ਅਟਾਰਨੀਜ਼ ਆਪਾਂ ਬੈਂਕ ਦੇ ਵਿੱਚ ਦਈਏ ਜਾਂ ਕੋਰਟਸ ਦੇ ਵਿੱਚ ਦਈਏ ਕਿ ਸਾਡੀ ਐਬਸੈਂਸ ਦੇ ਵਿੱਚ ਸਾਡਾ ਜਿਹੜਾ ਅਟਾਰਨੀ ਹੋਵੇ ਉਹ ਸਾਡੇ ਬਿਹਾਫ 'ਤੇ ਐਕਸ਼ਨ ਲੈ ਪਾਵੇ। ਸੋ ਜ਼ਰੂਰੀ ਨਹੀਂ ਹੈ ਕਿ ਮਰਨ ਤੋਂ ਬਾਅਦ ਹੀ ਦਿੱਕਤਾਂ ਆਉਂਦੀਆਂ ਨੇ, ਪਹਿਲਾਂ ਵੀ ਆਉਂਦੀਆਂ ਨੇ। ਬਿਲਕੁਲ, ਪਹਿਲਾਂ ਜ਼ਿਆਦਾ ਆਉਂਦੀਆਂ ਇਨਫੈਕਟ, ਕਿਉਂਕਿ ਵੈਨ ਯੂ ਡਾਈ ਤੁਹਾਡੀ ਸੋਲ ਚਲੀ ਗਈ ਹੈ, ਤੁਹਾਡੇ ਪਿੱਛੇ ਵਾਲਿਆਂ ਨੇ ਮੈਨੇਜ ਕਰ ਹੀ ਲੈਣਾ। ਜਦੋਂ ਤੁਸੀਂ ਹੁਣ ਇਰਾਨ ਇਰਾਕ ਦੀ ਵਾਰ ਹੋਈ ਹੈ, ਕੁਝ ਲੋਕ ਇੰਡੀਆ ਸਟਕ ਹੋ ਗਿਆ ਜਾਂ ਓਵਰਸੀਜ਼ ਸਟਕ ਹੋ ਗਿਆ, ਇੱਥੇ ਫੈਮਿਲੀਜ਼ ਨੂੰ ਪ੍ਰੋਬਲਮ ਆ ਰਹੀ ਹੈ ਟੂ ਮੇਨਟੇਨ ਦਾ ਫਾਈਨੈਂਸਿਸ। ਸੋ ਅਗਰ ਉਹੀ ਤੁਸੀਂ ਪਾਵਰ ਆਫ ਅਟਾਰਨੀ ਬੈਂਕ ਦੇ ਵਿੱਚ ਦਿੱਤੀ ਹੁੰਦੀ। ਸੋ ਇੱਕ ਇਹਦੇ ਵਿੱਚੋਂ ਹੀ ਸਵਾਲ ਹੈ ਮੇਰਾ ਵੀ, ਇਹ ਜਦੋਂ ਮਰਜ਼ੀ ਅਸੀਂ ਲੈ ਕੇ ਦੇ ਸਕਦੇ ਹਾਂ ਪਾਵਰ ਆਫ ਅਟਾਰਨੀ, ਕਦੇ ਵੀ ਲੈ ਕੇ ਰੱਖੀ ਜਾ ਸਕਦੀ ਹੈ ਜੀ? ਆਪਣੇ ਕੋਲ ਰੱਖਣੀ ਹੁੰਦੀ ਹੈ ਕਿ ਅਸੀਂ ਕਿਸੇ ਆਰਗੇਨਾਈਜੇਸ਼ਨ ਨੂੰ ਦੇਣੀ ਹੈ? ਦੇਖੋ, ਦੋ ਐਸਪੈਕਟ ਹੁੰਦੇ ਆ। ਸੋ ਪਹਿਲਾਂ ਮੈਂ ਕੈਨੇਡੀਅਨ ਐਸਪੈਕਟ ਦੀ ਗੱਲ ਕਰੂੰਗੀ। ਕੈਨੇਡੀਅਨ ਐਸਪੈਕਟ ਇਹ ਕਹਿੰਦਾ ਹੈ ਕਿ ਤੁਸੀਂ ਪਾਵਰ ਆਫ ਅਟਾਰਨੀ ਬਣਾਉਣੀ ਹੈ ਵਾਈਲ ਯੂ ਆਰ ਇਨ ਕੈਨੇਡਾ। ਤੁਸੀਂ ਆਪਣੇ ਬੈਂਕ ਦੇ ਵਿੱਚ ਉਹ ਪਾਵਰ ਆਫ ਅਟਾਰਨੀ ਦੇ ਸਕਦੇ ਹੋ, ਇੱਕ ਕਾਪੀ ਆਪਣੇ ਅਟਾਰਨੀ ਨੂੰ ਦੇ ਸਕਦੇ ਹੋ। ਅੱਛਾ ਜੀ। ਇੱਕ ਜਿਹੜੇ ਲਾਇਰ ਕੋਲ ਬਣਵਾ ਰਹੇ ਹੋ ਤੁਸੀਂ, ਉਹ ਲਾਇਰ ਨੂੰ ਦੇ ਸਕਦੇ ਹੋ ਕਿ ਇਨ ਕੇਸ ਐਮਰਜੈਂਸੀ ਦੇ ਵਿੱਚ ਮੇਰੀ ਫੈਮਿਲੀ ਨੂੰ ਪਾਵਰ ਆਫ ਅਟਾਰਨੀ ਨਹੀਂ ਮਿਲਦੀ, ਦੈਨ ਐਟਲੀਸਟ ਲਾਇਰ ਸ਼ੁੱਡ ਹੈਵ ਇਟ। ਅਤੇ ਉਹ ਲਾਇਰ ਕੋਲੋਂ ਐਕਸੈਸ ਕਰਵਾ ਕੇ ਜਿਸ ਪਰਪਜ਼ ਦੇ ਲਈ ਵੀ ਤੁਸੀਂ ਲੈਣੀ ਆ ਉਹ ਤੁਸੀਂ ਅੱਗੇ ਦੇ ਸਕਦੇ ਹੋ। ਔਰ ਪਾਵਰ ਆਫ ਅਟਾਰਨੀ ਕੈਨੇਡਾ ਦੇ ਵਿੱਚ ਦੋ ਤਰ੍ਹਾਂ ਦੀ ਹੁੰਦੀ ਹੈ, ਮੇਨ ਕੰਸੀਡਰ ਕਰਦੇ ਹਾਂ। ਇੱਕ ਹੁੰਦੀ ਹੈ ਟੂ ਮੇਨਟੇਨ ਦਾ ਫਾਈਨੈਂਸਿਸ, ਦੂਸਰੀ ਹੁੰਦੀ ਹੈ ਪਰਸਨਲ ਕੇਅਰ। ਸੋ ਫਾਈਨੈਂਸਿਸ ਦੇ ਵਿੱਚ ਅਗਰ ਤੁਹਾਡੀ ਕਲੋਜ਼ਿੰਗ ਹੈ, ਤੁਸੀਂ ਸਟਕ ਹੋ ਗਏ ਹੋ ਓਵਰਸੀਜ਼ ਜਾਂ ਕਿਤੇ ਤੁਹਾਡੇ ਤੋਂ ਨਹੀਂ ਪਹੁੰਚਿਆ ਪਾ ਰਿਹਾ, ਤੁਸੀਂ ਆਪਣੇ ਸਪਾਊਸ ਨੂੰ ਜਾਂ ਆਪਣੇ ਕਿਸੇ ਰਿਲੇਟਿਵ ਨੂੰ, ਆਪਣੇ ਬੱਚਿਆਂ ਨੂੰ ਪਾਵਰ ਆਫ ਅਟਾਰਨੀ ਦਿੱਤੀ ਹੋਏਗੀ, ਦੈਨ ਉਹ ਉਹਨਾਂ ਲਈ ਈਜ਼ੀ ਹੋ ਜਾਏਗਾ ਉਹ ਉਸ ਦਿਨ 'ਤੇ ਕਲੋਜ਼ਿੰਗ ਕਰਨੀ, ਫੰਡਸ ਰਿਲੀਜ਼ ਕਰਵਾਉਣੇ ਬੈਂਕਸ ਤੋਂ। ਅਤੇ ਦੂਸਰੀ ਹੁੰਦੀ ਹੈ ਪਰਸਨਲ ਕੇਅਰ ਦੇ ਲਈ। ਤੁਸੀਂ ਇੱਕਦਮ ਅਨਕੌਂਸ਼ੀਅਸ ਹੋ ਜਾਂਦੇ ਹੋ, ਤੁਹਾਨੂੰ ਮੈਂਟਲ ਇਨਕੈਪੈਸਿਟੀ ਹੋ ਜਾਂਦੀ ਹੈ, ਤੁਹਾਡੇ ਬਿਹਾਫ 'ਤੇ ਡਿਸੀਜ਼ਨਸ ਕੌਣ ਲਏਗਾ, ਤੁਹਾਡੇ ਬੈਨੀਫਿਟ 'ਚ ਹੈ ਕੀ ਹੈ, ਤੁਹਾਡੀ ਪਰਸਨਲ ਹੈਲਥ ਨੂੰ ਲੈ ਕੇ। ਆਪਣੇ ਪੈਰੈਂਟਸ ਏਜਡ ਹੁੰਦੇ ਹੈ, ਉਹਨਾਂ ਨੂੰ ਇੰਨੀ ਇੰਗਲਿਸ਼ ਦੀ ਸਮਝ ਨਹੀਂ ਹੁੰਦੀ ਕਿ ਡਾਕਟਰਸ ਨਾਲ ਕਮਿਊਨੀਕੇਟ ਕਿਵੇਂ ਕਰਨਾ। ਸੋ ਉਹ ਸਾਰੀਆਂ ਚੀਜ਼ਾਂ ਪਾਵਰ ਆਫ ਅਟਾਰਨੀ ਦੇ ਵਿੱਚ ਤੁਸੀਂ ਜਦੋਂ ਹੈਲਥ ਕੇਅਰ ਪਾਵਰ ਆਫ ਅਟਾਰਨੀ ਦੇ ਵਿੱਚ ਦੇ ਦਿੰਦੇ ਹੋ, ਪਰਸਨਲ ਕੇਅਰ, ਦੈਨ ਤੁਸੀਂ ਉਹ ਹਸਪੀਟਲ ਦੇ ਵਿੱਚ ਜਦੋਂ ਖੁਦਾ ਨਾ ਖਾਸਤਾ ਤੁਸੀਂ ਸਿੱਖ ਹੁੰਦੇ ਹੋ, ਤੁਹਾਡਾ ਫੈਮਿਲੀ ਮੈਂਬਰ ਜਾ ਕੇ ਪਾਵਰ ਆਫ ਅਟਾਰਨੀ ਡਾਕਟਰਸ ਨੂੰ ਦੇ ਦਿੰਦਾ ਹੈ ਕਿ ਉਹਨਾਂ ਨੇ ਮੈਨੂੰ ਅਟਾਰਨੀ ਦਿੱਤੀ ਹੋਈ ਹੈ ਟੂ ਟੇਕ ਡਿਸੀਜ਼ਨਸ ਫॉर देयर ਪਰਸਨਲ ਕੇਅਰ। ਸੋ ਇਹ ਡੈਫੀਨੇਟਲੀ ਕੰਸੀਡਰ ਕਰਨੀ ਚਾਹੀਦੀ ਹੈ। ਐਂਡ ਕਮਿੰਗ ਬੈਕ ਟੂ ਯੋਰ ਪੁਆਇੰਟ ਕਿ ਕਦੀ ਵੀ ਬਣਾ ਸਕਦੇ ਹਾਂ, ਪਰਸਨ ਨੂੰ ਫਿਜ਼ੀਕਲੀ ਪ੍ਰੈਜ਼ੈਂਟ ਹੋਣਾ ਪੈਂਦਾ ਟੂ ਐਗਜ਼ੀਕਿਊਟ ਦ ਪਾਵਰ ਆਫ ਅਟਾਰਨੀ, ਅਤੇ ਜਿਹੜਾ ਅਟਾਰਨੀ ਹੁੰਦਾ ਉਹਦੀ ਏਜ 18+ ਹੋਣੀ ਚਾਹੀਦੀ ਹੈ। ਤੋ ਅਟਾਰਨੀ ਕਿਹਨੂੰ ਕਹਿੰਦੇ ਅਸੀਂ? ਅਟਾਰਨੀ ਹੁੰਦਾ ਜਿਹਨੂੰ ਤੁਸੀਂ ਰਾਈਟਸ ਦੇ ਰਹੇ ਹੋ ਟੂ ਟੇਕ ਐਕਸ਼ਨਸ ਔਨ ਦ ਬਿਹਾਫ। ਐਗਜ਼ੀਕਿਊਟੈਂਟ ਹੁੰਦਾ ਜਿਹੜਾ ਪਾਵਰ ਆਫ ਅਟਾਰਨੀ ਨੂੰ ਐਗਜ਼ੀਕਿਊਟ ਕਰ ਰਿਹਾ, ਜਿਹੜਾ ਉਹਨੂੰ ਗ੍ਰਾਂਟ ਕਰ ਰਿਹਾ ਜੀ। ਸੋ ਜਿਹਨੂੰ ਅਸੀਂ ਅਧਿਕਾਰ ਦੇ ਰਹੇ ਹਾਂ ਉਹਦੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ। ਹਾਂਜੀ ਜੀ। ਔਰ ਉਹ ਸੌਰੀ ਮੈਂ ਤੁਹਾਨੂੰ ਇੰਟਰਪਟ ਕਰ ਰਹੀ ਹਾਂ, ਉਹ ਤੁਹਾਡਾ ਬਲੱਡ ਰਿਲੇਟਡ ਨਾ ਹੋਵੇ ਤਾਂ ਥੋੜ੍ਹਾ ਜਿਹਾ ਕੋਰਟਸ ਵਗੈਰਾ ਉਹਨੂੰ ਉਹ ਕਰਦੀਆਂ ਡਾਊਟਫੁਲ ਲੈ ਕੇ ਜਾਂਦੀਆਂ। ਸੋ ਰਿਕਮੈਂਡਡ ਹੁੰਦਾ ਵੈਨ ਇਟ ਕਮਸ ਟੂ ਯੋਰ ਪਰਸਨਲ ਕੇਅਰ ਐਂਡ ਫਾਈਨੈਂਸਿਸ ਕਿ ਤੁਸੀਂ ਕੰਸੀਡਰ ਕਰੋ ਆਪਣੇ ਸਪਾਊਸ ਨੂੰ, ਅਗਰ ਤੁਹਾਡਾ ਕੋਈ ਬੱਚਾ ਹੈਗਾ 18+ ਤੇ ਉਹਨੂੰ ਵੀ। ਹਾਂਜੀ। ਤੇ ਸਾਨੂੰ ਥੋੜ੍ਹਾ ਜਿਹਾ ਦੱਸਿਓ ਕਿ ਵਸੀਅਤ ਤਾਂ ਲੋਕ ਬਣਵਾ ਹੀ ਲੈਂਦੇ ਨੇ, ਵਿਲਸ ਬਣਾ ਲੈਂਦੇ ਨੇ, ਇੰਡੀਆ 'ਚ ਵੀ ਇੱਥੇ ਵੀ ਬਣ ਜਾਂਦੀਆਂ ਨੇ। ਪਾਵਰ ਆਫ ਅਟਾਰਨੀ ਬਾਰੇ ਕਿਉਂ ਜਾਣਕਾਰੀ ਘੱਟ ਹੈ, ਅਤੇ ਇਹਦੀ ਥੋੜ੍ਹੀ ਰੈਲੀਵੈਂਸ ਵੀ ਦੱਸੋ, ਇਹਦੀ ਇੰਪੋਰਟੈਂਸ ਵੀ ਸਾਨੂੰ ਦੱਸੋ ਜੀ। ਹਾਂਜੀ। ਸੋ ਮੇਰੇ ਕੋਲ ਸਰ ਓਨੈਸਟਲੀ ਕਲਾਇੰਟਸ ਆਉਂਦੇ ਹੈ, ਉਹਨਾਂ ਨੂੰ ਗਾਈਡ ਕਰਨਾ ਪੈਂਦਾ ਹੈ ਕਿ ਪਾਵਰ ਆਫ ਅਟਾਰਨੀ ਕਿਉਂ ਜ਼ਰੂਰੀ ਹੈ। ਅਤੇ ਸਮਟਾਈਮਸ ਉਹ ਕਹਿ ਦਿੰਦੇ ਹੈ ਕਿ ਸਾਨੂੰ ਪਾਵਰ ਆਫ ਅਟਾਰਨੀ ਨਹੀਂ ਚਾਹੀਦੀ, ਸਾਨੂੰ ਵਸੀਅਤ ਹੀ ਚਾਹੀਦੀ ਹੈ। ਅਤੇ ਉਹਦੇ ਪਿੱਛੇ ਜੋ ਮੈਂ ਕਮਿਊਨਿਟੀ ਦੀ ਸਮਝੀ ਹੈ ਅੱਜ ਤੱਕ ਚੀਜ਼, ਉਹ ਇਹ ਮੈਨੂੰ ਫੀਲ ਹੋਈ ਹੈ ਕਿ ਲੈਕ ਆਫ ਨੌਲੇਜ, ਅਗੇਨ ਆਈ ਵੁੱਡ ਸੇ ਦ ਸੇਮ ਥਿੰਗ, ਕਿ ਉਹਨਾਂ ਨੂੰ ਇਹ ਐਸਪੈਕਟ ਨਹੀਂ ਸਮਝ ਆਉਂਦਾ ਕਿ ਆਪਣੇ ਜਿੰਦੇ ਜੀ ਕਿਉਂ ਇਹ ਸਭ ਚੀਜ਼ਾਂ ਜ਼ਰੂਰੀ ਹੁੰਦੀਆਂ। ਸਾਡੀ ਕੇਅਰ ਬਾਰੇ ਡਿਸੀਜ਼ਨ ਕੌਣ ਲਏਗਾ, ਸਾਡੇ ਫਾਈਨੈਂਸਿਸ ਨੂੰ ਜਿੰਦਿਆਂ ਜੀ ਕੌਣ ਮੈਨੇਜ ਕਰੇਗਾ, ਉਹ ਚੀਜ਼ ਨੂੰ ਅਸੀਂ ਕਦੀ ਸਟਰੈਸਡ ਆਊਟ ਹੀ ਨਹੀਂ ਕੀਤਾ। ਅਸੀਂ ਸਟਰੈਸਡ ਆਊਟ ਇਸ ਚੀਜ਼ ਨੂੰ ਲੈ ਕੇ ਰਹਿੰਦੇ ਹਾਂ ਕਿ ਅਗਰ ਸਾਨੂੰ ਕੁਛ ਹੋ ਗਿਆ ਫਿਰ ਕਿਵੇਂ ਮੈਨੇਜ ਹੋਣਗੀਆਂ ਚੀਜ਼ਾਂ। ਸੋ ਜਿਸ ਟਾਈਮ ਸਾਨੂੰ ਇਹ ਚੀਜ਼ ਸਮਝ ਆ ਜਾਏਗੀ ਕਿ ਇਟ ਇਜ਼ ਈਵਨ ਮੋਰ ਇੰਪੋਰਟੈਂਟ ਕਿ ਤੁਸੀਂ ਜਿੰਦਿਆਂ ਜੀ ਆਪਣੇ ਫਾਈਨੈਂਸਿਸ ਨੂੰ ਕਿਵੇਂ ਮੈਨੇਜ ਕਰਨਾ ਹੈ। ਮਤਲਬ ਆਈ ਵੁੱਡ ਡੈਫੀਨੇਟਲੀ ਸੇ ਕਿ ਆਪਣੀ ਕਮਿਊਨਿਟੀ ਜ਼ਿਆਦਾ ਇਨਵੋਲਵ ਹੋਏਗੀ ਪਾਵਰ ਆਫ ਅਟਾਰਨੀਜ਼ ਬਣਵਾਉਣ ਦੇ ਲਈ, ਕਿਉਂਕਿ ਇਹ ਬਹੁਤ ਹੀ ਇੰਪੋਰਟੈਂਟ ਡਾਕੂਮੈਂਟ ਹੈ। ਲਾਈਕ
ਆਪਾਂ ਬ੍ਰੇਕ ਤੋਂ ਪਹਿਲਾਂ ਵੀ ਇਹੀ ਗੱਲ ਕੀਤੀ ਹੈ ਕਿ ਬੈਂਕ ਦੇ ਵਿੱਚ ਤੁਸੀਂ ਅਵੇਲੇਬਲ ਨਹੀਂ ਹੋ, ਤੁਸੀਂ ਕਿਤੇ ਸਟਕ ਹੋ ਗਏ ਹੋ, ਵਾਰ ਚੱਲ ਰਹੀ ਹੈ, ਕੋਵਿਡ ਹੋ ਗਿਆ ਸੀਗਾ, ਮੈਂ ਆਪਣੇ ਕਜ਼ਨ ਦੀ ਵੀ ਐਗਜ਼ਾਮਪਲ ਦਿੱਤੀ ਹੈ, ਦੇਅਰ ਕੁਡ ਬੀ ਮਲਟੀਪਲ ਸਿਚੁਏਸ਼ਨਸ ਜਿਹਦੇ ਕਰਕੇ ਬੈਂਕਸ ਅਲਾਉ ਹੀ ਨਹੀਂ ਕਰਦੇ। ਔਰ ਕਈ ਵਾਰੀ ਕੀ ਹੁੰਦਾ ਹੈ, ਤੁਹਾਨੂੰ ਕੋਈ ਪ੍ਰੋਬਲਮ ਹੋ ਗਈ, ਯੂ ਆਰ ਐਡਮਿਟਡ ਟੂ ਹਸਪੀਟਲ ਐਂਡ ਯੂ ਨੈਵਰ ਕਮ ਬੈਕ ਹੋਮ। ਉਸ ਟਾਈਮ ਤੁਹਾਡੇ ਫਾਈਨੈਂਸਿਸ, ਤੁਸੀਂ ਕੋਰਟ ਵਿੱਚ ਫਿਰ ਤੁਹਾਨੂੰ ਜਾਣਾ ਪੈਂਦਾ ਨਾ, ਕਿਉਂਕਿ ਉੱਥੇ ਉਸ ਟਾਈਮ ਤੁਹਾਡੇ ਕੋਲ ਵਸੀਅਤ ਹੁੰਦੀ ਹੈ, ਨਾ ਹੀ ਤੁਹਾਡੇ ਕੋਲ ਪਾਵਰ ਆਫ ਅਟਾਰਨੀ ਹੁੰਦੀ ਹੈ। ਫਿਰ ਉਹ ਬਹੁਤ ਜ਼ਿਆਦਾ ਲੰਬਾ ਪ੍ਰੋਸੈਸ ਔਰ ਅਨਨੈਸੈਸਰੀ ਲੀਗਲ ਐਕਸਪੈਂਸ ਵੀ ਮੈਂ ਕਹੂੰਗੀ ਉਸ ਟਾਈਮ ਜ਼ਿਆਦਾ ਆ ਜਾਂਦੇ ਹੈ। ਇੰਸਟੈਡ ਕਿ ਤੁਸੀਂ ਪਹਿਲਾਂ ਕੁਛ ਮਿਨੀਮਲ ਐਕਸਪੈਂਸ ਤੇ ਡਾਕੂਮੈਂਟਸ ਬਣਾ ਕੇ ਸੇਫਗਾਰਡ ਕਰ ਲਓ, ਉਹ ਮੈਂ ਕਹੂੰਗੀ ਜ਼ਿਆਦਾ ਬੈਟਰ ਹੁੰਦਾ ਹੈ, ਕਿਉਂਕਿ ਫਿਰ ਤੁਹਾਨੂੰ ਬੈਨੀਫਿਸ਼ਰੀ ਪ੍ਰੋਬੇਟ ਕਰਵਾਉਣੀਆਂ ਪੈਂਦੀਆਂ ਅਗਰ ਵਸੀਅਤ ਹੋਵੇ ਤੁਹਾਡੇ ਕੋਲ, ਹੈ ਨਾ। ਫਿਰ ਉਹ ਜ਼ਿਆਦਾ ਪ੍ਰੈਸ਼ਰ ਪਾ ਦਿੰਦੀ ਹੈ ਔਨ ਦ ਫੈਮਿਲੀ ਕਿ ਆਪਾਂ ਹੁਣ ਜਿਹੜਾ ਪਰਸਨ ਚਲਾ ਗਿਆ ਉਹਦੇ ਫਾਈਨੈਂਸਿਸ ਜਾਂ ਉਹਦੇ ਐਸੈਟਸ ਨੂੰ ਕਿੱਦਾਂ ਮੈਨੇਜ ਕਰਾਂਗੇ। ਸੋ ਉਸ ਚੀਜ਼ ਦੀ ਹੀ ਗਾਈਡੈਂਸ ਦੇ ਲਈ ਮੈਂ ਅੱਜ ਤੁਹਾਡੇ ਕੋਲ ਆਈ ਹਾਂ, ਐਂਡ ਆਈ ਹੋਪ ਮੈਂ ਕਮਿਊਨਿਟੀ ਨੂੰ ਸਰਵ ਕਰ ਪਾਵਾਂ ਟੂ ਫੁਲਫਿਲ ਦੇਅਰ ਨੀਡਸ। ਅਤੇ ਥੋੜ੍ਹਾ ਜਿਹਾ ਸਾਨੂੰ ਦੱਸੋ, ਸਾਡੀ ਕਮਿਊਨਿਟੀ ਹੁਣ ਕਈ ਵਾਰੀ ਇੰਡੀਆ ਪਾਕਿਸਤਾਨ ਵਾਸਤੇ ਪਾਵਰਸ ਆਫ ਅਟਾਰਨੀ ਭੇਜਦੇ ਆ ਉਹ ਜੀ, ਅਤੇ ਉਹਦੇ ਬਾਰੇ ਸਾਨੂੰ ਦੱਸੋ ਵੀ ਕਿਹੜੀਆਂ ਦਿੱਕਤਾਂ ਆਉਂਦੀਆਂ ਨੇ, ਕਿਹੜੇ ਡਾਕੂਮੈਂਟਸ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ, ਓਵਰਆਲ ਪ੍ਰੋਸੈਸ ਕੀ ਹੈ? ਹਾਂਜੀ, ਸੋ ਇੰਡੀਆ ਦੇ ਵਿੱਚ ਜਦੋਂ ਆਪਾਂ, ਜਾਂ ਪਾਕਿਸਤਾਨ ਦੀ ਤੁਸੀਂ ਗੱਲ ਕੀਤੀ ਹੈ, ਜਦੋਂ ਆਪਾਂ ਉੱਥੇ ਪਾਵਰ ਆਫ ਅਟਾਰਨੀ ਭੇਜਣੀ ਹੈ, ਉਹਦੇ ਮਲਟੀਪਲ ਰੀਜ਼ਨਸ ਹੋ ਜਾਂਦੇ ਹੈ। ਆਪਣੇ ਇੱਥੇ ਜਿਹੜੇ ਪਰਸਨ ਹੈਗੇ ਉਹਨਾਂ ਦਾ ਸਭ ਤੋਂ ਵੱਡਾ ਜੋ ਮੈਂ ਰੀਜ਼ਨ ਦੇਖਦੀ ਹਾਂ ਉਹ ਹੁੰਦਾ ਹੈ ਕਿ ਸਾਡੀ ਪ੍ਰੋਪਰਟੀ ਉੱਥੇ ਪਈ ਹੈ ਅਤੇ ਸਾਡੇ ਕੋਲੋਂ ਟਰੈਵਲ ਨਹੀਂ ਹੋ ਰਿਹਾ। ਆਪਾਂ ਉੱਥੇ ਮੈਨੇਜ ਕਿਵੇਂ ਕਰੀਏ? ਪ੍ਰੋਪਰਟੀ ਵੇਚਣੀ ਹੈ ਜਾਂ ਸਾਡੇ ਨਾਮ 'ਤੇ ਹੋਣੀ ਹੈ, ਅਸੀਂ ਕੈਨੇਡੀਅਨ ਸਿਟੀਜ਼ਨ ਹੈਗੇ ਹਾਂ, ਉੱਥੇ ਦੀ ਗਵਰਨਮੈਂਟ ਜਾਂ ਉੱਥੇ ਤਹਿਸੀਲਦਾਰ ਸਾਡੇ ਨਾਮ 'ਤੇ ਨਹੀਂ ਕਰ ਰਹੇ, ਉਹਨਾਂ ਨੂੰ ਸਾਡੀ ਉੱਥੇ ਪਰਸਨਲ ਪ੍ਰੈਜ਼ੈਂਸ ਚਾਹੀਦੀ ਹੈ, ਬਟ ਮੈਂ ਆਪਣੇ ਕੰਮ ਕਰਕੇ ਬਹੁਤ ਸਟਕ ਹੈ, ਮੈਂ ਨਹੀਂ ਜਾ ਪਾ ਰਿਹਾ। ਸੋ ਉਸ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਇੱਥੋਂ ਪਾਵਰ ਆਫ ਅਟਾਰਨੀ ਭੇਜਣੀ ਪੈਂਦੀ ਹੈ। ਕਈ ਵਾਰੀ ਮਿਸਗਾਈਡਡ ਹੋ ਜਾਂਦੇ ਆ ਲੋਕ, ਉਹ ਕਹਿ ਦਿੰਦੇ ਕਿ ਸਾਨੂੰ ਵਕੀਲ ਤੋਂ ਬਣਵਾ ਕੇ ਭੇਜ ਦਿਓ ਜੀ। ਉਹ ਵਕੀਲ ਵਾਲੀ ਪਾਵਰ ਆਫ ਅਟਾਰਨੀ ਇੰਡੀਆ ਦੇ ਵਿੱਚ ਕੰਮ ਨਹੀਂ ਆਉਂਦੀ ਸਭ ਤੋਂ ਪਹਿਲੀ, ਨਹੀਂ ਬਿਲਕੁਲ ਨਹੀਂ, ਕਿਉਂਕਿ ਕੋਈ ਵੀ, ਅਗਰ ਤੁਸੀਂ ਕੈਨੇਡੀਅਨ PR ਹੋ, ਤੁਸੀਂ ਸਟੂਡੈਂਟ ਪਰਮਿਟ 'ਤੇ ਹੋ, ਤੁਸੀਂ ਕੈਨੇਡਾ ਦੇ ਵਿੱਚ ਹੋ, ਤੁਸੀਂ ਕੋਈ ਵੀ ਇੰਡੀਆ ਡਾਕੂਮੈਂਟ ਭੇਜਣਾ ਉਹ ਤਦ ਹੀ ਵੈਲੀਡੇਟ ਹੋਏਗਾ ਜਦੋਂ ਤੁਸੀਂ ਉਹ ਇੰਡੀਅਨ ਕਾਉਂਸਲੇਟ ਕੋਲੋਂ ਅਟੈਸਟ ਕਰਾਓਗੇ। ਅੱਛਾ ਜੀ। ਐਂਡ ਇਟ ਇਜ਼ ਨਾਟ ਜਸਟ ਦ ਇੰਡੀਅਨ ਕਾਉਂਸਲੇਟ। ਇਹ ਪ੍ਰੋਸੈਸ ਨਹੀਂ ਹੈਗਾ ਕਿ ਤੁਹਾਨੂੰ ਵਕੀਲ ਨੇ ਅਟੈਸਟ ਕਰਤੀ, ਤੁਸੀਂ ਇੰਡੀਅਨ ਕਾਉਂਸਲੇਟ ਤੋਂ ਅਟੈਸਟ ਕਰਾ ਕੇ ਚਲਾ ਦੋਗੇ। ਉਹਦੇ ਵਿੱਚ ਇੱਕ ਇੰਟਰਮੀਡੀਏਰੀ ਹੁੰਦਾ, ਉਹ ਹੈਗੀ ਹੈ ਮਿਨਿਸਟਰੀ, ਜਿਹੜੀ ਲਾਇਰਸ ਨੂੰ ਵੈਰੀਫਾਈ ਕਰਦੀ ਹੈ ਕਿ ਉਹ ਐਕਚੁਅਲ ਦੇ ਵਿੱਚ ਅਲਾਓ ਵੀ ਹੈਗੇ ਆ ਉਹ ਪਾਵਰ ਆਫ ਅਟਾਰਨੀ ਨੂੰ ਨੋਟਰਾਈਜ਼ ਕਰਨ ਦੇ ਲਈ। ਉਹ ਮਤਲਬ ਉਹਨਾਂ ਨੇ ਲਾਇਰ ਐਕਚੁਅਲੀ ਡਜ਼ ਐਗਜ਼ਿਸਟ। ਸੋ ਉਹ ਹੈਗੀ ਅਲਬਰਟਾ ਦੇ ਵਿੱਚ ਹੈਗੀ ਆ, ਐਡਮਿੰਟਨ ਦੇ ਵਿੱਚ। ਸੋ ਆਈ ਅਪਰੀਸ਼ੀਏਟ, ਕਈ ਵਾਰੀ ਹੁੰਦਾ ਹੈ ਕਿ ਕਾਹਲੀ ਹੁੰਦੀ ਹੈ ਕਿ ਸਾਡੀ ਪ੍ਰੋਪਰਟੀ ਸਟਕ ਹੋਈ ਹੈ, ਸਾਨੂੰ ਜਲਦੀ ਚਾਹੀਦੀ ਹੈ, ਬਟ ਉਹ ਇੱਕ ਦਿਨ ਦਾ ਪ੍ਰੋਸੈਸ ਨਹੀਂ ਹੁੰਦਾ। ਲਾਇਰ ਤੁਹਾਨੂੰ ਪਾਵਰ ਆਫ ਅਟਾਰਨੀ ਰਾਈਟ ਅਵੇ ਬਣਾ ਕੇ ਦੇ ਦੇਣਗੇ, 15-20 ਮਿੰਟ 30 ਮਿੰਟ ਦੇ ਵਿੱਚ ਤੁਹਾਨੂੰ ਗਾਈਡ ਕਰ ਦੇਣਗੇ। ਬਟ ਉਸ ਤੋਂ ਬਾਅਦ ਪਾਵਰ ਆਫ ਅਟਾਰਨੀ ਜਾਣੀ ਹੁੰਦੀ ਹੈ ਐਡਮਿੰਟਨ ਪਹਿਲਾਂ, ਸਭ ਤੋਂ ਪਹਿਲਾਂ ਲਾਇਰ ਤੋਂ ਬਾਅਦ ਜਾਂਦੀ ਹੈ ਐਡਮਿੰਟਨ ਦੇ ਵਿੱਚ, ਜਿੱਥੇ ਲਾਇਰ ਦੀ ਆਈਡੈਂਟੀਟੀ ਵੈਰੀਫਾਈ ਹੁੰਦੀ ਹੈ। ਉੱਥੇ ਉਹ ਰੈੱਡ ਸੀਲ ਲਗਾਉਂਦੇ ਹੈ like while verifying the lawyer's identity. ਫਿਰ ਉਹ ਤੁਸੀਂ ਰੈੱਡ ਸੀਲ ਡਾਕੂਮੈਂਟ ਲੈ ਕੇ ਉਹਦੀ ਇੱਕ ਕਾਪੀ ਐਕਸਟਰਾ ਕਰਕੇ ਇੰਡੀਅਨ ਕਾਉਂਸਲੇਟ ਕੋਲ ਸਬਮਿਟ ਕਰਨੀ ਹੁੰਦੀ ਹੈ। ਪਹਿਲਾਂ ਕੀ ਹੁੰਦਾ ਸੀਗਾ, ਅੱਜ ਤੋਂ ਸਾਲ ਪਹਿਲਾਂ ਦੀ ਮੈਂ ਗੱਲ ਦੱਸਾਂ, ਤੇ ਇੰਡੀਅਨ ਕਾਉਂਸਲੇਟ ਇਨ ਪਰਸਨ ਸਰਵਿਸਿਜ਼ ਐਕਸੈਪਟ ਕਰ ਲੈਂਦੇ ਸੀ ਤੇ ਉਹ ਸੇਮ ਡੇ ਹੋ ਜਾਂਦਾ ਸੀਗਾ। ਹੁਣ ਉਹ ਸਰਵਿਸਿਜ਼ ਐਕਸੈਪਟ ਕਰਦੇ ਆ BLS ਦੇ ਥਰੂ, ਜਿਹੜੇ ਉਹਨਾਂ ਦੀ ਏਜੰਸੀ ਹੈਗੀ ਹੈ। ਤੇ ਉਹ ਸਾਡੀ ਜਿਹੜੀ ਅਲਬਰਟਾ ਦੀ ਕਾਉਂਸਲੇਟ ਹੈਗੀ ਆ ਉਹ ਵੈਨਕੂਵਰ ਦੇ ਵਿੱਚ ਹੈਗੀ ਹੈ। ਅਗਰ ਤੁਸੀਂ BLS ਕੋਲ ਸਬਮਿਟ ਕਰਨ ਜਾਂਦੇ ਹੋ ਦੈਨ ਉਹ 4 to 6 ਵੀਕਸ ਦਾ ਪ੍ਰੋਸੈਸ ਹੈ। 4 ਤੋਂ 6 ਹਫ਼ਤੇ 4 ਤੋਂ 8 ਹਫ਼ਤੇ ਵੀ ਕਈ ਵਾਰੀ ਲੱਗ ਜਾਂਦੇ। ਅੱਛਾ ਜੀ। ਹਾਂਜੀ, ਸੋ ਉੱਥੇ ਜਾ ਕੇ ਤੁਹਾਨੂੰ ਆਪ ਨੂੰ ਰਿਕੁਐਸਟ ਕਰਨਾ ਪੈਂਦਾ ਕਿ ਸਾਨੂੰ ਕੁਰੀਅਰ ਬੈਕ ਚਾਹੀਦਾ। ਸੋ ਸਾਨੂੰ ਲਾਈਕ ਡਾਕੂਮੈਂਟ ਕਈ ਵਾਰੀ ਕੀ ਹੁੰਦਾ ਹੈ ਕਿ ਉਹ ਦੱਸਣਾ ਭੁੱਲ ਜਾਂਦੇ ਆ ਕਿ ਤੁਸੀਂ ਡਾਕੂਮੈਂਟ ਕਿਵੇਂ ਲਓਗੇ, ਤਾਂ ਸਾਡੇ ਕੋਲ ਆ ਕੇ ਇਨ ਪਰਸਨ ਰਿਸੀਵ ਕਰੋਗੇ ਜਦੋਂ ਰੈਡੀ ਹੋ ਗਿਆ, ਜਾਂ ਕੁਰੀਅਰ ਘਰੇ ਕਰਵਾ। ਬਿਲਕੁਲ ਠੀਕ ਹੈ। ਸੋ ਤੁਸੀਂ ਉਹਨਾਂ ਨੂੰ ਖੁਦ ਜਾ ਕੇ ਦੱਸ ਸਕਦੇ ਹੋ ਕਿ ਕੁਰੀਅਰ ਬੈਕ ਕਰ ਦਿਓ, ਤੁਹਾਡੇ ਘਰ ਪਾਵਰ ਆਫ ਅਟਾਰਨੀ ਇੰਡੀਅਨ ਕਾਉਂਸਲੇਟ ਤੋਂ ਅਟੈਸਟ ਹੋ ਕੇ ਆ ਜਾਏਗੀ। ਅੱਛਾ ਜੀ। ਉਸ ਤੋਂ ਬਾਅਦ ਇੱਕ ਰეკਮੈਂਡੇਸ਼ਨ ਜੋ ਹੁੰਦੀ ਹੈ, ਕਈ ਵਾਰੀ ਅਸੀਂ ਅਣਗਹਿਲੀ ਕਰ ਦਿੰਦੇ ਹਾਂ, ਅਸੀਂ ਉਹੀ ਓਰੀਜਨਲ ਡਾਕੂਮੈਂਟ ਇੰਡੀਆ ਭੇਜ ਦਿੰਦੇ ਹਾਂ ਤੇ ਆਪਾਂ ਆਪਣੇ ਕੋਲ ਉਹਦੀ ਕਾਪੀ ਨਹੀਂ ਰੱਖਦੇ।
ਹਾਂਜੀ ਸੋ ਇਹ ਸਭ ਤੋਂ ਵੱਡੀ ਰეკਮੈਂਡੇਸ਼ਨ ਹੈਗੀ ਹੈ ਕਿ ਜੋ ਵੀ ਡਾਕੂਮੈਂਟ ਤੁਸੀਂ ਇੰਡੀਆ ਭੇਜ ਰਹੇ ਹੋ ਉਹਦੀ ਕਾਪੀ ਆਪਣੇ ਕੋਲ ਰੱਖੋ ਫॉर ਫਿਊਚਰ ਰੈਕਰਡਸ। ਤੁਹਾਨੂੰ ਪਤਾ ਹੋਵੇ ਤੁਸੀਂ ਉੱਥੇ ਕੀ ਚੀਜ਼ ਲਿਖਿਆ ਭੇਜ ਸੀ। ਰਹੇ ਹੋ ਤੇ ਕੀ ਰਾਈਟਸ ਦਿੱਤੇ ਸੀ ਆਪਣੇ ਅਟਾਰਨੀ ਨੂੰ। ਬਿਲਕੁਲ ਠੀਕ ਹੈ ਤੇ ਜੀ। ਉਸ ਤੋਂ ਬਾਅਦ ਉਹ ਇੰਡੀਆ ਜਾ ਕੇ ਸੋ ਹਰ ਇੰਡੀਆ ਦੇ ਵਿੱਚ ਵੀ ਸਿਟੀ ਦਾ ਡਿਫਰੈਂਟ ਰੂਲ ਹੈਗਾ। ਜਿਵੇਂ ਮੈਂ ਪੰਜਾਬ ਦੀ ਗੱਲ ਕਰੂੰਗੀ, ਅੰਮ੍ਰਿਤਸਰ ਦੇ ਵਿੱਚ ਕੁਝ ਏਰੀਆਜ਼ ਹੈਗੇ ਆ ਜਿਹੜੇ ਤਹਿਸੀਲਦਾਰ ਡਾਇਰੈਕਟ ਐਕਸੈਪਟ ਕਰ ਲੈਂਦੇ। ਅੱਛਾ ਜੀ। ਕਈ ਵਾਰੀ ਉਹ ਐਡਵਾਈਸ ਕਰਦੇ ਆ ਕਿ ਨਹੀਂ ਪਹਿਲਾਂ ਡੀਸੀ ਆਫਿਸ 'ਚ ਜਾ ਕੇ ਉਹਨੂੰ ਰਜਿਸਟਰ ਕਰਾ ਕੇ ਆਓ। ਓਹੋ, ਕਈ ਕਹਿ ਅੱਛਾ। ਦਿੰਦੇ ਕਿ ਤੁਸੀਂ ਐਸਐਸਪੀ ਆਫਿਸ ਜਾਓ ਬਿਕਾਜ਼ ਤੁਸੀਂ ਸਿਟੀਜ਼ਨ ਹੋ। ਸੋ ਉਹ ਤੁਹਾਨੂੰ ਇੰਡੀਅਨ, ਤੁਹਾਡੀ ਸਿਟੀ ਕਿਹੜੀ ਹੈ, ਤੁਹਾਡਾ ਸ਼ਹਿਰ ਕਿਹੜਾ, ਉੱਥੋਂ ਦੀ ਜੂਰਿਸਡਿਕਸ਼ਨ ਦੇ ਅਕੋਰਡਿੰਗ ਤੁਹਾਨੂੰ ਉਹ ਜਿਹੜਾ ਤੁਹਾਡਾ ਅਟਾਰਨੀ ਹੋਏਗਾ ਜਾਂ ਉੱਥੋਂ ਦਾ ਕੋਈ ਲਾਇਰ ਤੁਸੀਂ ਇੰਡੀਆ ਦਾ ਹਾਇਰ ਕਰੋਗੇ ਤੁਹਾਨੂੰ ਗਾਈਡ ਕਰ ਦੇਣਗੇ ਕਿ ਤੁਸੀਂ ਉੱਥੇ ਪਾਵਰ ਆਫ ਅਟਾਰਨੀ ਸਭ ਤੋਂ ਪਹਿਲਾਂ ਕਿੱਥੇ ਰਜਿਸਟਰ ਕਰਨੀ ਹੈ। ਬਟ ਅਗਰ ਉਹ ਪ੍ਰੋਪਰਟੀ ਦੇ ਰਿਗਾਰਡਿੰਗ ਹੈਗੀ ਹੈ ਦੈਨ ਇਵੈਂਚੁਅਲੀ ਉਹ ਐਟ ਲਾਸਟ ਤਹਿਸੀਲਦਾਰ ਕੋਲ ਰਜਿਸਟਰ ਹੋਏਗੀ। ਫਿਰ ਜਿਹੜਾ ਤੁਹਾਡਾ ਅਟਾਰਨੀ ਹੈ ਤੁਹਾਡੇ ਬਿਹਾਫ 'ਤੇ ਉਹ ਡੀਡਸ ਕਰ ਸਕਦਾ ਹੈ। ਸੋ ਇਹ ਪਹਿਲਾਂ ਅਸੀਂ ਤੁਹਾਡੇ ਕੋਲ ਆਉਣਾ, ਫਿਰ ਜਦੋਂ ਹੁਣ ਤੁਸੀਂ ਕਿਹਾ ਵੀ ਐਡਮਿੰਟਨ ਤੋਂ ਹੋਣੀ ਆ, ਉਹ ਪ੍ਰੋਸੀਜਰ ਕਿਹਨੇ ਫੋਲੋ ਕਰਨਾ ਹੁੰਦਾ? ਉਹ ਤੁਸੀਂ ਕਰਦੇ ਹੋ ਕਿ ਜਿਹੜਾ ਤੁਹਾਡੇ ਕੋਲ ਆਇਆ ਗ੍ਰਾਹਕ ਆਇਆ ਉਹਨੂੰ ਤੁਸੀਂ ਭੇਜਦੇ ਹੋ? ਉਹਦੇ ਵਿੱਚ ਮੈਂ ਆਪਸ਼ਨ ਦੋਨੋਂ ਦਿੰਦੀ ਹਾਂ ਕਿ ਤੁਸੀਂ ਸਾਡੇ ਤੋਂ ਵੀ ਕਰਵਾ ਸਕਦੇ ਹੋ। ਓਬਵੀਅਸਲੀ ਹਰ ਇੱਕ ਦਾ ਟਾਈਮ ਬਹੁਤ ਜੀ, ਕੀਮਤੀ ਹੈ ਜੀ, ਜੀ, ਤੇ ਸਾਡੇ ਆਫਿਸ ਤੋਂ ਹਰ ਮਹੀਨੇ 3 ਵਾਰ ਮੇਰਾ ਏਜੰਟ ਹੈਗਾ ਹਾਂਜੀ, ਜਿਹੜਾ ਬੰਡਲ ਆਫ ਪਾਵਰ ਆਫ ਅਟਾਰਨੀਜ਼ ਲੈ ਕੇ ਜਾਂਦੇ ਆ ਉੱਥੋਂ ਜੀ। ਐਡਮਿੰਟਨ ਤੋਂ ਵਾਪਸ ਲਿਆ ਕੇ ਦੇ ਦਿੰਦੇ ਆ ਤੇ BLS ਵਾਲਾ ਪ੍ਰੋਸੈਸ ਪਰਸਨਸ ਖੁਦ ਕਰਦੇ ਆ, ਕਲਾਇੰਟਸ ਖੁਦ ਕਰਦੇ ਆ ਮੈਜੋਰਿਟੀ ਆਫ BLS ਵਾਲੇ ਤਾਂ ਉਹੀ ਉੱਥੇ ਜਾਂਦੇ, ਪਰ ਉਹ ਹੁੰਦਾ ਉੱਥੇ ਵੀ ਕੁਝ ਨਹੀਂ ਹੈ, ਉੱਥੇ ਵੀ ਹਾਲਤ ਬੜੇ ਖਰਾਬ ਹੈ। BLS ਦੀਆਂ ਅਪਾਇੰਟਮੈਂਟਸ ਹੁੰਦੀਆਂ, ਤੁਸੀਂ ਅਪਾਇੰਟਮੈਂਟ ਲੈ ਕੇ ਜਾਓਗੇ ਤਾਂ ਕਰ ਦੇਣ ਸ਼ਾਇਦ। ਜੀ ਜੀ, ਇਹ ਠੀਕ ਹੈ ਤੁਹਾਡੀ ਗੱਲ ਜੀ। ਤੇ ਅੱਛਾ ਹੁਣ ਸਾਨੂੰ ਇਹ ਦੱਸੋ ਕਿ ਪਾਵਰ ਆਫ ਅਟਾਰਨੀ ਦੀ ਕੋਈ ਵੈਲਿਡਿਟੀ ਵੀ ਹੁੰਦੀ ਹੈ, ਕੋਈ ਲਾਸਟ ਡੇਟ ਵੀ ਹੁੰਦੀ ਹੈ ਜੀ, ਕੋਈ ਐਕਸਪਾਇਰੀ ਡੇਟ ਵੀ ਹੁੰਦੀ ਹੈ? ਇਹਦੇ ਵੀ ਦੋ ਆਸਪੈਕਟ ਹੈਗੇ ਆ। ਸੋ ਅਗਰ ਤੁਸੀਂ ਕੈਨੇਡੀਅਨ ਆਸਪੈਕਟ ਨੂੰ ਲੈ ਕੇ ਚੱਲੀਏ, ਤੁਸੀਂ ਇਹਨੂੰ ਫॉर ਲਾਈਫ ਟਾਈਮ ਵੀ ਕਹਿ ਸਕਦੇ ਹੋ ਕਿ ਜਿੰਨੀ ਦੇਰ ਮੈਂ ਜੀ ਰਿਹਾ ਉਨੀ ਦੇਰ ਤੱਕ ਇਹ ਵੈਲਿਡ ਹੈਗੀ। ਓਬਵੀਅਸਲੀ ਉਹਦੀ ਵੈਲਿਡਿਟੀ ਉਦੋਂ ਤੱਕ ਹੀ ਹੈ। ਉਸ ਤੋਂ ਇਲਾਵਾ ਤੁਸੀਂ ਇਹ ਵੀ ਲਿਖ ਸਕਦੇ ਹੋ ਕਿ ਕੁਝ ਪਰਟੀਕੂਲਰ ਟਾਈਮ ਲਈ, ਕਿ ਅਗਰ ਸਪੋਜ਼ ਮੈਨੂੰ ਇੰਡੀਆ ਜਾਣਾ ਪੈ ਰਿਹਾ ਜਾਂ ਮੈਨੂੰ ਪਾਕਿਸਤਾਨ ਜਾਣਾ ਪੈ ਰਿਹਾ ਕਿ ਕਿਸੇ ਹੋਰ ਕੰਟਰੀ ਦੇ ਵਿੱਚ ਘੁੰਮਣ ਦੇ ਲਈ ਜਾ ਰਿਹਾ 15 ਦਿਨ ਦੇ ਲਈ, ਤੇ ਪਾਵਰ ਆਫ ਅਟਾਰਨੀ ਦੀ ਵੈਲਿਡਿਟੀ 15 ਦਿਨ ਦੀ ਹੀ ਹੈਗੀ ਹੈ। ਉਸ ਤੋਂ ਬਾਅਦ ਉਹ ਆਟੋਮੈਟਿਕਲੀ ਉਹਦੀ ਵੈਲਿਡਿਟੀ ਐਕਸਪਾਇਰ ਹੋ ਜਾਂਦੀ ਹੈ ਜੀ। ਜਿਹੜੀ ਇੰਡੀਆ ਵਾਲੀ ਪਾਵਰ ਆਫ ਅਟਾਰਨੀ ਹੈਗੀ ਆ ਉਹਦੇ ਵਿੱਚ ਮੈਂ ਹਮੇਸ਼ਾ ਰਿਕਮੈਂਡ ਕਰਦੀ ਹਾਂ ਕਿ ਤੁਸੀਂ ਉਹਦੇ ਵਿੱਚ ਵੈਲਿਡਿਟੀ ਲਿਖੋ ਤਾਂ ਜ਼ਿਆਦਾ ਬੈਟਰ ਹੈ। ਉਹਦਾ ਰੀਜ਼ਨ ਇਹ ਹੁੰਦਾ ਹੈ ਕਿ ਸਟ੍ਰਿਕਟ ਟਾਈਮਲਾਈਨਸ ਹੈਗੀਆਂ। ਸੋ ਆਫਟਰ ਅ ਲਾਇਰ ਅਟੈਸਟਸ ਦਾ ਪਾਵਰ ਆਫ ਅਟਾਰਨੀ, ਤੁਹਾਡੇ ਕੋਲ 90 ਦਿਨ ਹੁੰਦੇ ਆ ਇੰਡੀਅਨ ਕਾਉਂਸਲੇਟ ਕੋਲ ਉਹਨੂੰ ਅਟੈਸਟ ਕਰਵਾਉਣ ਦੇ। ਜੇ ਤੁਸੀਂ 90 ਦਿਨ ਦੇ ਵਿੱਚ ਨਹੀਂ ਕਰਵਾਉਂਦੇ ਹੋ ਸਟੇਲ ਡੇਟ ਹੋ ਜਾਂਦੀ ਹੈ। ਉਸ ਤੋਂ ਬਾਅਦ ਤੁਸੀਂ ਜਦੋਂ ਇੰਡੀਆ ਭੇਜਦੇ ਹੋ ਉਹ ਫਰਦਰ 90 ਡੇਜ਼ ਸਟਾਰਟ ਹੋ ਜਾਂਦਾ ਹੈ ਕਿ ਇੰਡੀਅਨ ਕਾਉਂਸਲੇਟ ਜਿਸ ਦਿਨ ਅਟੈਸਟ ਕਰਦੇ ਆ ਉਹ ਤੋਂ 90 ਦਿਨ ਦੇ ਵਿੱਚ ਉਹ ਇੰਡੀਆ ਜਾ ਕੇ ਰਜਿਸਟਰ ਹੋਣੀ ਜ਼ਰੂਰੀ ਹੈ। ਤਹਿਸੀਲਦਾਰ ਵਾਲਾ ਪ੍ਰੋਸੈਸ ਹੈ। ਅਗਰ ਤੁਸੀਂ ਉਹ ਨਹੀਂ ਕਰਦੇ ਦੈਨ ਉਹ ਫਿਰ ਸਟੇਲ ਡੇਟ ਹੋ ਜਾਂਦੀ, ਤੁਹਾਨੂੰ ਫਿਰ ਦੁਬਾਰਾ ਤੋਂ ਪ੍ਰੋਸੈਸ ਸਟਾਰਟ ਕਰਨਾ। ਓਏ ਹੋਏ। ਕੁਝ ਸਵਾਲ ਨੇ ਜੀ ਸਾਡੇ ਕਿ ਤਰਲੋਚਨ ਜੀ ਦਾ ਇੱਕ ਕੁਐਸਚਨ ਹੈ ਕਿ ਜੇ ਕਿਸੇ NRI ਦੀ ਜਾਇਦਾਦ ਪੰਜਾਬ ਵਿੱਚ ਹੈ ਉਸ ਲਈ NOC ਲੈਣਾ ਜ਼ਰੂਰੀ ਹੈ ਜੇ ਉਹਨੇ ਵੇਚਣੀ ਹੈ ਤਾਂ? NOC ਓਕੇ ਡਿਪੈਂਡ ਕਰਦਾ ਹੈ ਕਿ ਤੁਹਾਡਾ ਸਟੇਟਸ ਕੀ ਹੈ। ਸਭ ਤੋਂ ਪਹਿਲੀ ਚੀਜ਼, ਅਗਰ ਤੁਸੀਂ ਕੈਨੇਡੀਅਨ ਹੈਗੇ ਹੋ ਤਾਂ NOC ਗ੍ਰਾਂਟ ਕਰਨ ਦੇ ਉੱਥੇ ਰੂਲਸ ਇੰਟਾਇਰਲੀ ਡਿਫਰੈਂਟ ਹੈ। ਉਹ ਤੁਹਾਨੂੰ ਇੰਡੀਅਨ ਲਾਇਰ ਦੱਸ ਸਕਦੇ ਆ। ਹਾਂਜੀ, ਜਿਹੜੇ ਇੰਡੀਅਨ ਪ੍ਰੋਪਰਟੀ ਮੈਟਰਸ ਨੂੰ ਡੀਲ ਕਰਦੇ ਆ। ਸੋ ਹੁਣ ਜੇ ਇਹਨਾਂ ਕੋਲ ਇੰਡੀਅਨ ਪਾਸਪੋਰਟ ਹੈਗਾ, ਇੱਥੇ ਤਾਂ ਰੈਜ਼ੀਡੈਂਟ ਨੇ, ਫਿਰ ਚੱਲ ਜਾਏਗਾ। ਫਿਰ ਤੁਹਾਨੂੰ ਨੋ ਆਬਜੈਕਸ਼ਨ ਸਰਟੀਫਿਕੇਟ ਦੀ ਲੋੜ ਨਹੀਂ ਹੈ ਜੀ। ਬਿਲਕੁਲ ਠੀਕ ਹੈ। ਜੇ ਤੁਹਾਡੇ ਕੋਲ ਪਾਸਪੋਰਟ ਕੈਨੇਡੀਅਨ ਆ ਫਿਰ ਤੁਹਾਨੂੰ ਇੰਡੀਅਨ ਲਾਇਰ ਤੁਹਾਨੂੰ ਸੁਜੈਸਟ ਕਰ ਸਕਦਾ ਹੈ। ਅਗਲਾ ਮੇਰਾ ਸਵਾਲ ਹੈ, ਜਗਦੀਪ ਜੀ ਦਾ ਕੁਐਸਚਨ ਹੈ ਕਿ ਜੇ ਤੁਹਾਡੇ ਇਫ ਯੂਰ ਹਾਊਸ ਇਜ਼ ਓਨਲੀ, ਜੇ ਤੁਹਾਡਾ ਘਰ ਤੁਹਾਡੇ ਇਫ ਯੂਰ ਹਾਊਸ ਇਜ਼ ਓਨਲੀ ਔਨ ਪਰਸਨਸ ਨੇਮ ਇਨ ਕੈਨੇਡਾ, ਫਿਰ ਸਾਨੂੰ ਕੀ ਕਰਨਾ ਪਏਗਾ ਜੀ? ਫਿਰ ਵਾਟ ਡੂ ਵੀ ਨੀਡ ਟੂ ਡੂ ਦੈਨ? ਮੈਨੂੰ ਕੁਐਸਚਨ ਬਹੁਤਾ ਕਲੀਅਰ ਨਹੀਂ ਹੋਇਆ ਜਗਦੀਪ ਜੀ ਕਿ ਜੇ ਤੁਹਾਡਾ ਘਰ ਤੁਹਾਡੇ ਨਾਂ 'ਤੇ ਹੈ, ਤੁਸੀਂ ਕੈਨੇਡਾ 'ਚ ਰਹਿੰਦੇ ਹੋ ਜੀ, ਤੇ ਫਿਰ ਤੁਹਾਨੂੰ ਕੀ ਕਰਨਾ ਪਵੇਗਾ? ਮੇਰੇ ਖਿਆਲ ਇਹ ਕੁਐਸਚਨ ਹੋਣਾ ਉਹਨਾਂ ਦਾ। ਘਰ ਤੁਹਾਡਾ ਇੰਡੀਆ ਹੈਗਾ, ਨੈਚੁਰਲੀ ਇੰਡੀਆ 'ਚ ਹੋਣਾ ਜੀ ਫਿਰ। ਪਰ ਮੈਂ ਵੀ ਥੋੜੀ ਕਨਫਿਊਜ਼ ਹਾਂ। ਮੈਂ ਓਨੈਸਟਲੀ ਦੱਸਾਂ, ਥਰੂ ਦਿਸ ਇੰਟਰਵਿਊ ਮੈਂ ਲੀਗਲ ਐਡਵਾਈਸ ਨਹੀਂ ਦੇ ਸਕਦੀ, ਮੈਨੂੰ ਅਲਾਉਡ ਵੀ ਹੈ ਨਹੀਂ ਲਾਅ ਸੁਸਾਇਟੀ ਵੱਲੋਂ। ਬਟ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਅਗਰ ਹਾਊਸ ਹੈਗਾ, ਅਗਰ ਤੁਸੀਂ
ਇਟ ਇਜ਼ ਅ ਵੈਰੀ ਗੁੱਡ ਕੁਐਸਚਨ। ਮੈਂ ਇਹਦੇ ਤੇ ਆਣਾ ਸੀਗਾ। ਕਈ ਵਾਰੀ ਲੋਕ ਕੀ ਕਰਦੇ ਆ ਕਿ ਆਪ ਇੱਥੇ ਹੈ, ਘਰ ਇੰਡੀਆ ਹੈ, ਤੇ ਅਸੀਂ ਉੱਥੇ ਕੇਅਰ ਟੇਕਰ ਅਗਰੀਮੈਂਟ ਦੇ ਦਿੰਦੇ ਆ ਕਿਸੇ ਨੂੰ, ਹਾਂਜੀ, ਤੇ ਉਹ ਚੈਲੰਜੇਬਲ ਇੰਡੀਅਨ ਕੋਰਟਸ ਦੇ ਵਿੱਚ ਨਹੀਂ ਹੈਗਾ। ਅੱਛਾ ਜੀ। ਉਹਦਾ ਰੀਜ਼ਨ ਇਹ ਹੈਗਾ ਕਿ ਤੁਸੀਂ ਜਿਹਨੂੰ ਕੇਅਰ ਟੇਕਰ ਅਗਰੀਮੈਂਟ ਦੇ ਦਿੱਤਾ, ਤੁਹਾਨੂੰ ਨਹੀਂ ਪਤਾ ਉਹ ਉੱਥੇ ਕਿਸ ਤਰ੍ਹਾਂ ਉਸ ਚੀਜ਼ ਨੂੰ ਯੂਜ਼ ਕਰ ਰਹੇ ਹੈ। ਓਕੇ। ਉਹਨਾਂ ਨੇ ਉਹਨੂੰ ਅੱਗੇ ਕਿਸੇ ਨੂੰ ਰੈਂਟ ਤੇ ਦੇ ਦਿੱਤਾ, ਉਹਨੂੰ ਸੇਲ ਤੇ ਲਗਾ ਦਿੱਤਾ, ਯੂ ਡੋਂਟ ਨੋ। ਉਹ ਸਿਰਫ ਇੱਕ ਤੁਹਾਡਾ ਔਰ ਜਿਹਨੂੰ ਤੁਸੀਂ ਅੱਗੇ ਪ੍ਰੋਪਰਟੀ ਦਿੱਤੀ ਆ ਮੈਨੇਜ ਕਰਨ ਦੇ ਲਈ, ਉਹ ਤੁਹਾਡੀ ਅੰਡਰਸਟੈਂਡਿੰਗ ਹੈਗੀ ਹੈ। ਬਟ ਜਦੋਂ ਤੁਸੀਂ ਪਾਵਰ ਆਫ ਅਟਾਰਨੀ ਦੇ ਵੇ ਨਾਲ ਜਾਂਦੇ ਹੋ ਨਾ, ਤੁਸੀਂ ਪਰਸਨ ਨੂੰ ਰਿਸਟ੍ਰਿਕਟ ਕਰ ਦਿੰਦੇ ਹੋ ਟੂ ਡੂ ਓਨਲੀ ਸਰਟਨ ਥਿੰਗਸ। ਸੋ ਇੱਥੇ ਮੈਂ ਤੁਹਾਨੂੰ ਦੱਸੂੰਗੀ ਕਿ ਪਾਵਰ ਆਫ ਅਟਾਰਨੀ ਜਿਹੜੀ ਇੰਡੀਆ ਦੇ ਵਿੱਚ ਚੱਲਦੀ ਹੈ, ਉਹ 2 ਤਰ੍ਹਾਂ ਦੀ ਹੁੰਦੀ ਹੈ। ਇੱਕ ਹੁੰਦੀ ਹੈ ਜਨਰਲ ਪਾਵਰ ਆਫ ਅਟਾਰਨੀ, ਇੱਕ ਹੁੰਦੀ ਹੈ ਸਪੈਸ਼ਲ ਪਾਵਰ ਆਫ ਅਟਾਰਨੀ। ਜੀ। ਜਨਰਲ ਪਾਵਰ ਆਫ ਅਟਾਰਨੀ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਜੈਨਰਿਕ ਪਾਵਰਸ ਦੇ ਦਿੰਦੇ ਹੋ ਕਿ ਮੇਰੀ ਪ੍ਰਾਪਰਟੀ ਇੰਡੀਆ ਦੇ ਵਿੱਚ ਹੈਗੀ ਹੈ, ਇਹ ਜੋ ਮਰਜ਼ੀ ਕਰੇ ਜੀ, ਉਹਨੂੰ ਵੇਚੇ, ਉਹਨੂੰ ਕਿਰਾਏ ਤੇ ਦੇਵੇ, ਮਤਲਬ ਮੈਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਠੀਕ ਹੈ ਜੀ। ਹੁਣ ਅਗਰ ਉਹਨਾਂ ਦਾ ਘਰ ਉੱਥੇ ਆ, ਤੇ ਅਗਰ ਉਹ ਸਪੈਸ਼ਲ ਪਾਵਰ ਆਫ ਅਟਾਰਨੀ ਦੇ ਦੇਣਗੇ ਕਿ ਉਹਨੇ ਸਿਰਫ ਮੈਨੇਜ ਕਰਨਾ, ਉਹ ਰੈਂਟ ਵੀ ਨਹੀਂ ਲੈ ਸਕਦਾ, ਤੇ ਉਹ ਅਟਾਰਨੀ ਰੈਂਟ ਵੀ ਨਹੀਂ ਲੈ ਪਾਏਗਾ। ਉਹਦਾ ਕੰਮ ਹੋਏਗਾ ਸਿਰਫ ਉਹਦੀ ਦੇਖਭਾਲ ਕਰਨੀ ਕਿ ਉਹ ਗੁੱਡ ਸਟੇਟ ਦੇ ਵਿੱਚ ਹੈਗੀ ਹੈ, ਉਹਨੂੰ ਕੁਛ ਪ੍ਰੋਬਲਮ ਤਾਂ ਨਹੀਂ ਆ ਰਹੀ, ਡਿਸਟਰਕਟ ਤਾਂ ਨਹੀਂ ਹੋ ਰਹੀ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਹੈਗੀ ਹੈ। ਇੱਦਾਂ ਹੀ ਹੁਣ ਹੁੰਦੀ ਹੈ ਕਈ ਵਾਰੀ ਲੋਕਾਂ ਦੀਆਂ ਪ੍ਰੋਪਰਟੀਜ਼ ਉੱਥੇ ਮਲਟੀਪਲ ਪ੍ਰੋਪਰਟੀਜ਼ ਹੁੰਦੀਆਂ, ਤੇ ਉਹ ਆ ਜਾਂਦੇ ਕਿ ਸਾਨੂੰ ਤਾਂ ਜਨਰਲੀ ਚਾਹੀਦੀ ਹੈ। ਉਸ ਟਾਈਮ ਇਹ ਹੁੰਦਾ, ਉਹਨਾਂ ਨੂੰ ਐਡਵਾਈਸ ਕਰਨਾ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਸਪੈਸ਼ਲ ਪਾਵਰ ਆਫ ਅਟਾਰਨੀ 'ਚ ਜਾਓ, ਸਾਡੇ ਕੋਲ ਫਰਦ ਲੈ ਕੇ ਆਓ, ਉੱਥੋਂ ਅਸੀਂ ਤੁਹਾਡਾ ਖਾਤਾ ਨੰਬਰ, ਖਤੌਨੀ ਨੰਬਰ ਸਾਰਾ ਲਿਖਾਂਗੇ। ਉਹਦੇ ਬੇਸਿਸ 'ਤੇ ਜਿਹੜਾ ਅਟਾਰਨੀ ਹੋਏਗਾ, ਜਿਹੜਾ ਤੁਹਾਡਾ ਏਜੰਟ ਹੋਏਗਾ, ਉਹ ਸਿਰਫ ਉਹੀ ਚੀਜ਼ ਕਰ ਪਾਏਗਾ ਤੁਹਾਡੀ ਪ੍ਰੋਪਰਟੀ ਦੇ ਨਾਲ ਜੋ ਤੁਸੀਂ ਅਲਾਓ ਕਰ ਰਹੇ ਹੋ। ਰਾਈਟ। ਅਗਰ ਤੁਸੀਂ ਹੁਣ ਇੰਡੀਆ ਦੇ ਵਿੱਚ ਕਈਆਂ ਦੇ ਫੰਡਸ ਹੁੰਦੇ ਆ, ਪ੍ਰੋਪਰਟੀ ਇਜ਼ ਅਨਦਰ ਐਸਪੈਕਟ। ਸੋ ਮੈਂ ਫੰਡਸ ਦੀ ਗੱਲ ਕਰੂੰਗੀ। ਤੁਸੀਂ ਵਿਦਡਰਾ ਕਰਵਾਉਣੇ ਆ ਇੰਡੀਆ ਕਿਸੇ ਨੇ, ਕਈ ਇੱਥੇ ਵਰਕ ਪਰਮਿਟ 'ਤੇ ਹੁੰਦੇ ਆ, ਟੈਂਪਰੇਰੀ ਰੈਜ਼ੀਡੈਂਟਸ ਹੁੰਦੇ ਆ, ਉਹਨਾਂ ਦਾ ਸਪਾਊਸ ਪਿੱਛੇ ਆ, ਉਹ ਵਿਦਡਰਾ ਨਹੀਂ ਕਰਵਾ ਪਾ ਰਿਹਾ ਹੁੰਦਾ ਫੰਡਸ, ਤੇ ਪਾਵਰ ਆਫ ਅਟਾਰਨੀ ਦੇਣੀ ਹੈ ਉਹਨਾਂ ਨੂੰ। ਸੋ ਉਹ ਵੀ ਸਪੈਸ਼ਲ ਪਾਵਰ ਆਫ ਅਟਾਰਨੀ ਦੇ ਵੇ ਨਾਲ ਜਾਂਦੀ ਹੈ ਕਿ ਉਹ ਸਿਰਫ ਮੇਰਾ ਇੱਕ ਹੀ ਅਕਾਊਂਟ ਮੈਨੇਜ ਕਰ ਪਾਏਗਾ, ਉਹਦੇ 'ਚੋਂ ਲਿਮਿਟਡ ਟਾਈਮ ਦੇ ਲਈ ਹੀ ਫੰਡਸ ਯੂਜ਼ ਕਰ ਪਾਏਗਾ। ਸੋ ਅਗਰ ਇਹਨਾਂ ਦਾ ਕੰਸਰਨ ਇਹ ਸੀਗਾ ਕਿ ਪ੍ਰੋਪਰਟੀ ਉੱਥੇ ਹੈ, ਦੈਨ ਮੈਂ ਡੈਫੀਨੇਟਲੀ ਕਹੂੰਗੀ ਕਿ ਕੇਅਰ ਟੇਕਰ ਅਗਰੀਮੈਂਟਸ ਵਗੈਰਾ ਵਾਲੀਆਂ ਚੀਜ਼ਾਂ ਨੂੰ ਨਾ ਫੋਲੋ ਕਰੋ, ਇੰਸਟੈਡ ਕਿ ਪਾਵਰ ਆਫ ਅਟਾਰਨੀ ਕੰਸੀਡਰ ਕਰਕੇ ਚੱਲੋ। ਹੁਣ ਜਿਵੇਂ ਤੁਸੀਂ ਦੱਸਿਆ ਜੀ ਕਿ 90 ਦਿਨ ਦੇ ਵਿੱਚ ਇੱਥੋਂ ਜਦੋਂ ਸਾਈਨ ਹੋ ਗਈ, ਐਡਮਿੰਟਨ ਲਾਅ ਸੁਸਾਇਟੀ ਨੇ ਸਾਈਨ ਕਰ ਦਿੱਤੇ, 90 ਦਿਨਾਂ ਦੇ ਵਿੱਚ ਅਸੀਂ ਕੌਂਸੂਲੇਟ ਕੋਲ ਕਰਾਉਣੀ ਰਜਿਸਟਰ। ਹਾਂਜੀ। ਅਗਲੇ 90 ਦਿਨ ਮਿਲ ਜਾਂਦੇ ਆ ਸਾਨੂੰ ਇੰਡੀਆ ਦੇ ਵਿੱਚ ਰਜਿਸਟਰ ਕਰਾਉਣ ਲਈ। ਹੁਣ ਜਦੋਂ ਉੱਥੇ ਰਜਿਸਟਰ ਹੋ ਗਈ, ਫਿਰ ਉਹਦੀ ਵੈਲਿਡਿਟੀ ਹੁੰਦੀ ਹੈ ਜੀ ਕਿ ਖਤਮ ਹੋ ਜਾਂਦੀ ਉੱਥੇ? ਉਹਦੀ ਵੈਲਿਡਿਟੀ ਉੱਥੇ ਤਹਿਸੀਲਦਾਰ ਡਿਸਾਈਡ ਕਰਦੇ ਆ। ਜੇ ਤਾਂ ਤੁਸੀਂ ਪਾਵਰ ਆਫ ਅਟਾਰਨੀ ਦੇ ਵਿੱਚ ਵੈਲਿਡਿਟੀ ਲਿਖੀ ਹੈ ਕਿ ਇਹਨੇ ਲਿਮਿਟਡ ਟਾਈਮ ਤੱਕ ਹੈ, ਦੈਨ ਉਹ ਰਜਿਸਟਰ ਉਹਨੇ ਟਾਈਮ ਲਈ ਕਰ ਦਿੰਦੇ ਆ, ਜਿਹੜੀ ਵੀ ਰਜਿਸਟਰਿੰਗ ਅਥਾਰਟੀ ਹੈਗੀ ਆ। ਹਾਂਜੀ ਹਾਂਜੀ। ਅਦਰਵਾਈਜ਼ ਉਹ ਓਪਨ ਹੁੰਦੀ ਆ ਅਨਲੈਸ ਐਂਡ ਅੰਟਿਲ ਤੁਸੀਂ ਨਵੀਂ ਪਾਵਰ ਆਫ ਅਟਾਰਨੀ ਨਹੀਂ ਭੇਜਦੇ। ਬਿਲਕੁਲ ਠੀਕ ਹੋਇਆ ਜੀ। ਤੇ ਹੁਣ ਸਾਨੂੰ ਦੱਸੋ ਵੀ ਇਹਦੇ ਨਾਲ ਪਾਵਰ ਆਫ ਅਟਾਰਨੀ ਤੇ ਜਿਹੜੀ ਵਿਲ ਹੈ, ਇਹਦੇ ਨਾਲ ਕੋਸਟ ਕਿੰਨੀ ਐਸੋਸੀਏਟ ਹੁੰਦੀ ਹੈ ਜੀ? ਜਿਹੜਾ ਤਾਂ ਮਿਨਿਸਟਰੀਅਲ ਪ੍ਰੋਸੈਸ ਹੈਗਾ, ਇਹ $20 ਤੋਂ $30 ਜੋ ਮਿਨਿਸਟਰੀ ਚਾਰਜ ਕਰਦੀ ਹੈ, ਜਿਹੜਾ ਆਫਟਰ ਲਾਇਰ ਪ੍ਰੋਸੈਸ ਹੁੰਦਾ ਉਹ ਹੁੰਦਾ, ਤੇ ਸਮਵੇਅਰ ਅਰਾਊਂਡ $100 to $200 ਦੇ ਆਸ-ਪਾਸ ਇੰਡੀਅਨ ਕਾਉਂਸਲੇਟ ਚਾਰਜ ਕਰਦੇ, ਕਿਉਂਕਿ ਉਹ ਬਾਏ ਪੇਪਰ ਚੱਲਦੇ ਕਿ ਤੁਸੀਂ ਕਿੰਨੇ ਪੇਪਰਸ ਦੇ ਰਹੇ ਹੋ, ਹੈ ਨਾ। ਸੋ ਕਾਸਟ ਹੁੰਦੀ ਹੈ। ਉਸ ਤੋਂ ਇਲਾਵਾ ਜਿਹੜੀ ਲਾਇਰ ਕਾਸਟ ਹੁੰਦੀ ਹੈ, ਇਹ ਡਿਪੈਂਡ ਕਰਦੀ ਹੈ। ਕਈ ਵਾਰੀ ਤੁਸੀਂ ਇੰਡੀਆ ਤੋਂ ਹੀ ਪਾਵਰ ਆਫ ਅਟਾਰਨੀ ਤੁਹਾਡੇ ਲਈ ਬਣ ਕੇ ਆ ਜਾਂਦੀ ਹੈ, ਤੇ ਲਾਇਰ ਨੇ ਸਿਰਫ ਉਹ ਅਟੈਸਟ ਕਰਨੀ ਹੁੰਦੀ ਹੈ, ਤੇ ਉਹ ਫਿਰ ਉਹ ਸਿਰਫ ਅਟੈਸਟੇਸ਼ਨ ਕਾਸਟ ਹੁੰਦੀ ਹੈ, ਤੇ ਉਹਦੇ ਤੇ ਓਬਵੀਅਸਲੀ ਲਾਇਰ ਠੱਪਾ ਲਗਾ ਕੇ ਦਿੰਦਾ ਕਿ ਨੋ ਲੀਗਲ ਐਡਵਾਈਸ ਗਿਵਨ ਔਰ ਸੌਟ, ਹੈ ਨਾ। ਤੇ ਬਟ ਇਹੀ ਜੇ ਤੁਸੀਂ ਸਾਡੇ ਕੋਲੋਂ ਬਣਵਾਉਣ ਆਉਂਦੇ ਹੋ, ਦੈਨ ਇਟ ਵੇਰੀਜ਼ ਫਰੋਮ 300 to 1500, ਡਿਪੈਂਡ ਕਿ ਤੁਸੀਂ ਪਾਵਰ ਆਫ ਅਟਾਰਨੀ ਕਿੰਨੀ ਕੁ ਕੰਪਲੈਕਸ ਬਣਾ ਰਹੇ ਹੋ ਤੇ ਕਾਹਦੇ ਪਰਪਸ ਦੇ ਲਈ ਬਣਾ ਰਹੇ ਹੋ। ਜੀ। ਤੇ ਤੁਹਾਡਾ ਕੰਟੈਕਟ ਤੁਹਾਡੇ ਨਾਲ ਜੇ ਕਰਨਾ ਹੋਵੇ ਕਿਵੇਂ ਹੋ ਸਕਦਾ ਜੀ? ਹਾਂਜੀ, ਮੇਰਾ ਲਾਅ ਆਫਿਸ ਹੈਗਾ 2915 21st ਸਟਰੀਟ, ਬਾਰਲੋ ਔਰ 36th ਐਵੇਨਿਊ ਦੇ ਨੇੜੇ। ਦੁਆਰਾ ਬੋਲ ਦਿਓ ਜੀ। ਹਾਂਜੀ, ਇਹਦਾ ਹੈਗਾ 2915 21st ਸਟਰੀਟ ਜੀ, ਨਾਰਥ ਈਸਟ ਕੈਲਗਰੀ ਜੀ। ਤੇ ਫੋਨ ਨੰਬਰ ਹੈਗਾ ਜੀ 403 430 1424 1424 ਜੀ। ਸੋ 403 430 1424 ਇਹਨਾਂ ਦਾ ਟੈਲੀਫੋਨ ਨੰਬਰ ਹੈ ਜੀ। 403 430
1424 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਇਸ਼ਿਤਾ ਜੀ, ਥੈਂਕ ਯੂ ਵੈਰੀ ਮਚ ਫॉर ਜੁਆਇਨਿੰਗ ਅਸ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਫॉर ਬਹੁਤ having me। ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ।